ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਅੱਜ ਸਤਿਕਾਰਯੋਗ ਬਾਬਾ ਫਤਿਹ ਸਿੰਘ ਜੀ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ, ਉਹਨਾਂ ਦਾ ਜਨਮ ਦਿਹਾੜਾ ਹੈ। ਆਪ ਜੀ ਦਾ ਜਨਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਮਾਤਾ ਜੀਤੋ ਜੀ ਦੇ ਗ੍ਰਹਿ ਵਿਖੇ ਅਨੰਦਪੁਰ ਸਾਹਿਬ 1698 ਈਸਵੀ ਵਿੱਚ ਹੋਇਆ ਸੀ। ਆਪ ਜੀ ਦੀ ਉਮਰ ਤਕਰੀਬਨ 5.5 ਤੋਂ 6 ਸਾਲਾਂ ਦੇ ਵਿਚਕਾਰ ਸੀ, ਜਦੋਂ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ਅਨੁਸਾਰ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ 1704 ਈਸਵੀ ਵਿੱਚ। ਜਦੋਂ ਮੈਂ ਬਾਬਾ ਫਤਿਹ ਸਿੰਘ ਜੀ ਦੇ ਬਾਰੇ ਪੜ੍ਹ ਰਿਹਾ ਸਾਂ, 2-3 ਮਹਾਂਪੁਰਸ਼ ਹੋਰ ਇਸੇ ਉਮਰ ਦੇ ਉਹਨਾਂ ਦੀ ਯਾਦ ਆਉਂਦੀ ਸੀ। ਗੁਰਬਾਣੀ ਵਿੱਚ ਲਿਖਿਆ ਹੋਇਆ ਬਚਨ, 5 ਬਰਖ ਕੋ ਅਨਾਥ ਧਰੂ ਬਾਰਿਕ, ਹਰ ਸਿਮਰਤ ਅਮਰ ਅਟਾਰੇ। ਬਾਬਾ ਫਤਿਹ ਸਿੰਘ ਦੀ ਉਮਰ 5.5 ਵਰ੍ਹਿਆਂ ਦੀ ਤੇ ਬਾਲਕ ਧਰੂ ਜੀ ਦੀ ਉਮਰ 5 ਸਾਲਾਂ ਦੀ। ਜਦੋਂ ਉਹਨਾਂ ਨੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ, ਭਗਤੀ ਕੀਤੀ, ਹਰ ਸਿਮਰਤ ਅਮਰ ਅਟਾਰੇ। ਅਮਰ ਅਟਾਰੇ ਤੋਂ ਮਤਲਬ ਹੈ ਉਹ ਅਮਰ ਪਦਵੀ ਨੂੰ ਪ੍ਰਾਪਤ ਹੋਏ 5 ਸਾਲਾਂ ਦੀ ਉਮਰ ਵਿੱਚ। ਭਗਤ ਪ੍ਰਹਿਲਾਦ ਜੀ ਦਾ ਜੀਵਨ ਆਪਾਂ ਸਾਰੇ ਜਾਣਦੇ ਹੋਵਾਂਗੇ। ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਆਪਾਂ ਹੁਣੇ ਹੀ ਸਰਵਣ ਕੀਤਾ ਹੈ। ਉਹਨਾਂ ਦੀ ਉਮਰ ਵੀ ਤਕਰੀਬਨ ਇੰਨੀ ਕੁ ਹੀ ਸੀ ਜਦੋਂ ਉਹਨਾਂ ਦੇ ਪਿਤਾ ਹਰਨਾਖਸ਼ ਨੇ ਉਸ ਬਾਲਕ ਨੂੰ ਬਹੁਤ ਤਸੀਹੇ ਦਿੱਤੇ ਸਨ। 1 2 4 ਨਹੀਂ, ਅਣਗਿਣਤ। ਉਹ ਵੀ ਇਸ ਤਰ੍ਹਾਂ ਹੀ ਮਾਨੋ ਜਿਵੇਂ ਜਿਉਂਦੇ ਜੀ ਨੀਹਾਂ ਵਿੱਚ ਚਿਣੇ ਜਾਣਾ ਹੋਵੇ। ਪਹਾੜਾਂ ਤੋਂ ਗਿਰਾਇਆ ਗਿਆ, ਸਮੁੰਦਰ ਵਿੱਚ ਸੁੱਟਿਆ ਗਿਆ। ਇੱਕ ਇਹੋ ਜਿਹਾ ਕੋਠਾ ਸੀ, ਮਕਾਨ ਜੰਗਲ ਵਿੱਚ, ਜਿਹੜਾ ਸੱਪਾਂ ਨਾਲ ਭਰਿਆ ਹੋਇਆ ਸੀ। ਉਹਦੇ ਵਿੱਚ ਉਸ ਬਾਲਕ ਨੂੰ ਰੱਖਿਆ ਗਿਆ ਤੇ ਬਾਹਰੋਂ ਤਾਲਾ ਲਗਾ ਦਿੱਤਾ ਗਿਆ। ਅਗਲੇ ਦਿਨ ਆ ਕੇ ਵੇਖਿਆ ਤੇ ਬਾਲਕ ਸੱਪਾਂ ਨਾਲ ਖੇਡ ਰਿਹਾ ਸੀ। ਫਿਰ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ, ਉਹਨਾਂ ਦੀ ਉਮਰ ਵੀ 5.5 ਸਾਲਾਂ ਦੀ ਸੀ, ਜਦੋਂ ਉਹਨਾਂ ਨੂੰ ਗੁਰੂ ਪਦਵੀ ਨਾਲ ਨਿਵਾਜਿਆ ਗਿਆ। ਜਦੋਂ ਇਹੋ ਜਿਹੇ ਮਹਾਨ ਪੁਰਸ਼ਾਂ ਵੱਲ ਵੇਖਦੇ ਹਾਂ ਤੇ ਆਪਣੇ ਵੱਲ ਝਾਤੀ ਮਾਰਦੇ ਹਾਂ, ਸੱਚ ਜਾਣਿਆ ਜੇ ਸ਼ਰਮ ਆਉਂਦੀ ਏ। ਉਹ ਕਿੱਥੇ ਤੇ ਅਸੀਂ ਕਿੱਥੇ। ਇੰਨੀ ਛੋਟੀ ਉਮਰ ਵਿੱਚ ਕੋਈ ਗੁਰੂ ਬਣਦਾ ਹੈ, ਕੋਈ ਸ਼ਹਾਦਤ ਹਾਸਲ ਕਰਦਾ ਹੈ,
ਕੋਈ ਅਮਰ ਪਦਵੀ ਨੂੰ ਪ੍ਰਾਪਤ ਹੁੰਦਾ ਹੈ। ਸਾਨੂੰ ਅਜੇ ਬਾਥਰੂਮ ਵਿੱਚ ਜਾ ਕੇ ਹੱਥ ਧੋਣੇ ਨਹੀਂ ਆਏ, ਉਮਰ ਸਾਰੀ ਲੰਘ ਚੱਲੀ ਏ। ਹੱਥ ਧੋਣ ਜਾਂਦੇ ਹਾਂ, ਸਾਰਾ ਬਾਥਰੂਮ ਗਿੱਲਾ ਕਰਕੇ ਬਾਹਰ ਨਿਕਲ ਆਉਂਦੇ ਹਾਂ। ਅਸੀਂ ਸੱਚਮੁੱਚ ਹੀ ਕੁਝ ਸਿੱਖਣਾ ਚਾਹੀਦਾ ਸਾਨੂੰ ਇਹਨਾਂ ਮਹਾਨ ਪੁਰਸ਼ਾਂ ਕੋਲੋਂ, ਜਿਨ੍ਹਾਂ ਨੇ ਛੋਟੀ ਛੋਟੀ ਉਮਰ ਵਿੱਚ ਇੰਨੇ ਵੱਡੇ ਵੱਡੇ ਪੂਰਨੇ ਪਾਏ ਤੇ ਉਹਨਾਂ ਦਾ ਨਾਮ ਸਦਾ ਸਦਾ ਲਈ ਦੁਨੀਆ ਦੇ ਵਿੱਚ, ਦੁਨੀਆ ਦੇ ਇਤਿਹਾਸ ਵਿੱਚ ਅੰਕਿਤ ਹੋਇਆ। ਉਹਨਾਂ ਮਹਾਂਪੁਰਸ਼ਾਂ ਦੇ ਸੱਚਮੁੱਚ ਹੀ ਕਦਮਾਂ ਤੇ ਸਿਰ ਝੁਕਦਾ ਹੈ। ਸੋ ਆਓ ਅੱਜ ਦੀ ਵਿਚਾਰ ਵਿੱਚ ਆਪਾਂ ਪ੍ਰਵੇਸ਼ ਕਰੀਏ। ਆਪਾਂ ਗੁਰਬਾਣੀ ਸਿਰਲੇਖ ਸਮਝ ਰਹੇ ਹਾਂ। ਪਿਛਲੇ ਐਤਵਾਰ ਆਪਾਂ ਲਾਵਾਂ ਦੇ ਸਿਰਲੇਖ ਹੇਠਾਂ ਇਹ 4 ਚੀਜ਼ਾਂ ਸਮਝੀਆਂ ਸਨ। ਪਹਿਲੇ ਨੰਬਰ ਤੇ ਗੁਰੂ ਜੀ ਨੇ ਸਾਨੂੰ ਸਮਝਾਇਆ ਸੀ ਕਿ ਤੁਸੀਂ ਪ੍ਰਵਿਰਤੀ ਕਰਮ ਵਿੱਚ ਪ੍ਰਵਿਰਤ ਹੋਣਾ, ਯਾਨੀ ਧਰਮ ਦੇ ਕਾਰਜ ਵੀ ਕਰਨੇ ਨੇ ਤੇ ਗ੍ਰਸਤੀ ਦੇ ਕਾਰਜ ਵੀ ਕਰਨੇ ਨੇ, ਛੱਡਣਾ ਕੋਈ ਵੀ ਨਹੀਂ। ਅਧਿਆਤਮਿਕਤਾ ਦੀ ਵੀ ਸਿਖਰ ਨੂੰ ਛੂਹਣਾ ਏ ਤੇ ਸੰਸਾਰ ਦੇ ਜਾਂ ਸਮਾਜ ਦੇ ਕੰਮ ਵੀ ਸਾਰੇ ਕਰਨੇ ਨੇ ਜੋ ਆਪਾਂ ਕਰ ਸਕਦੇ ਹਾਂ। ਦੂਜੀ ਅਵਸਥਾ ਜਦੋਂ ਅਸੀਂ ਅਧਿਆਤਮ ਮਾਰਗ ਤੇ ਕਦਮ ਰੱਖਦੇ ਹਾਂ, ਦੂਜੀ ਅਵਸਥਾ ਬਣਦੀ ਏ ਕਿ ਅੰਦਰ ਸਾਡੇ ਅਨਹਦ ਸ਼ਬਦ ਦੀ ਝੁਨਕਾਰ ਸ਼ੁਰੂ ਹੋ ਜਾਂਦੀ ਏ। ਤੀਜੇ ਨੰਬਰ ਤੇ ਗੁਰੂ ਜੀ ਨੇ ਦੱਸਿਆ ਸੀ ਕਿ ਮਨ ਵਿੱਚ ਵੈਰਾਗ ਪੈਦਾ ਹੁੰਦਾ ਹੈ। ਇਹ ਸੰਸਾਰ ਦੇ ਕੰਮ ਵੀ ਕਰਕੇ ਬੰਦਾ ਵੇਖ ਲੈਂਦਾ ਤੇ ਇਉਂ ਲੱਗਦਾ ਕਿ ਮੈਂ ਕੀਤਾ ਕੀ ਏ। ਸੱਚੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਪਿੱਛੇ ਝਾਤੀ ਮਾਰ ਕੇ ਵੇਖੋ, ਜੇ ਅੱਜ ਸਾਡਾ ਜੀਵਨ ਦਾ ਅੰਤਲਾ ਦਿਨ ਹੋਵੇ ਤੇ ਅਸੀਂ ਕੀ ਕਮਾਇਆ ਅੱਜ ਜ਼ਿੰਦਗੀ ਵਿੱਚ, ਅੱਜ ਤੱਕ ਜੋ ਕੁਝ ਖੱਟਿਆ ਕਮਾਇਆ ਇਹ ਮਿੱਟੀ ਕੱਟਾ ਇੱਥੋਂ ਦਾ ਹੀ ਸੀ ਤੇ ਇੱਥੇ ਹੀ ਅਸਾਂ ਛੱਡ ਕੇ ਚਲੇ ਜਾਣਾ। ਫਿਰ ਕੀ ਹੋਇਆ, ਕਿਹੜੀ ਚੀਜ਼ ਹੋਈ ਜਿਹੜੀ ਸਾਡੇ ਨਾਲ ਜਾਏਗੀ ਤੇ ਜਿਹੜੀ ਅਸੀਂ ਇੰਨੀ ਵੱਡੀ ਜ਼ਿੰਦਗੀ ਗਵਾ ਕੇ ਕਮਾ ਲਈ ਹੋਵੇ। ਵਿਰਾਗ ਪੈਦਾ ਹੁੰਦਾ ਹੈ ਕਿ ਮੈਂ ਕੀਤਾ ਕੀ। ਤੇ ਆਪਾਂ ਸਮਝਿਆ ਸੀ ਵਿਰਾਗ ਦਾ ਇਹ ਮਤਲਬ ਨਹੀਂ ਕਿ ਘਰ-ਬਾਰ ਛੱਡ ਕੇ ਜੰਗਲਾਂ ਨੂੰ ਭੱਜ ਜਾਣਾ ਹੈ। ਵਿਰਾਗ ਦਾ ਮਤਲਬ ਏ ਅੰਦਰ ਇੱਕ ਤੜਪ ਪੈਦਾ ਹੋ ਜਾਣੀ, ਇੱਕ ਖਿੱਚ ਪੈਦਾ ਹੋ ਜਾਣੀ ਕਿ ਜਿਸ ਕਾਰਜ ਲਈ ਮੈਂ ਸਹੀ ਅਰਥਾਂ ਵਿੱਚ ਸੰਸਾਰ ਵਿੱਚ ਆਇਆ ਸਾਂ ਉਸ ਨੂੰ ਮੈਂ ਪੂਰਿਆਂ ਕਰਨਾ ਹੈ। ਜਦੋਂ ਇਹ ਵਿਰਾਗ ਪੈਦਾ ਹੁੰਦਾ ਹੈ ਤੇ ਇਹ ਵਿਰਾਗ ਸਾਨੂੰ ਪਰਮਾਤਮਾ ਤੱਕ ਪਹੁੰਚਾ ਦਿੰਦਾ ਹੈ, ਪਰਮਾਤਮਾ ਦਾ ਦੀਦਾਰ ਕਰਾਉਂਦਾ ਹੈ। ਸੋ ਜਦੋਂ ਆਪਾਂ ਅਨਹਦ ਸ਼ਬਦ ਦੀ ਗੱਲ ਕਰਦੇ ਸਾਂ ਤੇ ਮੈਂ ਇਹ ਪੰਕਤੀ ਪੜ੍ਹੀ ਸੀ, ਅਨਹਦੋ ਅਨਹਦ ਵਾਜੈ ਰੁਣ ਝੁਨਕਾਰੇ ਰਾਮ। ਤੇ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਜਦੋਂ ਇਹ ਅਨਹਦ ਸ਼ਬਦ ਸ਼ੁਰੂ ਹੁੰਦਾ ਹੈ, ਇਹਨੂੰ ਅਨਹਤ ਵੀ ਆਖਦੇ ਨੇ, ਅਨਹਦ ਵੀ ਆਖਦੇ ਨੇ। ਤੇ ਇਹਦਾ ਇੱਕ ਸੰਖੇਪ ਜਿਹਾ ਮਤਲਬ ਹੁੰਦਾ ਹੈ ਕਿ ਬਿਨਾਂ ਕੋਈ ਚੀਜ਼ ਵਜਾਉਣ ਤੋਂ ਆਵਾਜ਼ ਆਉਂਦੀ ਏ। ਉਹ ਆਵਾਜ਼ ਦਾ ਮੈਂ ਜ਼ਿਕਰ ਕੀਤਾ ਸੀ ਕਿ ਘੁੰਗਰੂਆਂ ਦੇ ਵੱਜਣ ਦੀ ਆਵਾਜ਼ ਜਾਂ ਝਾਂਜਰਾਂ ਦੇ ਛਣਕਣ ਦੀ ਆਵਾਜ਼, ਇਹ ਮੁੱਢਲੀਆਂ ਆਵਾਜ਼ਾਂ ਨੇ ਜਦੋਂ ਉਹ ਸਾਂ ਦੀ ਆਵਾਜ਼ ਤੋਂ ਬਾਅਦ ਵਿੱਚ। ਤੇ ਇੱਕ ਸਵਾਲ ਆਇਆ ਸੀ ਜੀ ਮੇਰੇ ਕੋਲ ਵੀ ਸੱਚਮੁੱਚ ਹੀ ਅਨਹਦ ਸ਼ਬਦ ਵੱਜਦੇ ਨੇ ਕਿ ਸਾਰੀ ਮਨੋਕਲਪਿਤ ਕਹਾਣੀ ਹੈ। ਕਿਉਂਕਿ ਬਹੁਤ ਲੋਕ ਨੇ ਜਿਹੜੇ
ਪੜ੍ਹੇ ਲਿਖੇ ਸੱਜਣ ਨੇ ਪਰ ਗੁਰਮਤਿ ਤੋਂ ਅਣਜਾਣ ਨੇ ਜਾਂ ਅਧਿਆਤਮਿਕਤਾ ਤੋਂ ਅਣਜਾਣ ਨੇ, ਉਹ ਇਸ ਤਰ੍ਹਾਂ ਹੀ ਮੰਨਦੇ ਨੇ ਕਿ ਸਾਰੀ ਮਨੋਕਲਪਿਤ ਕਹਾਣੀ ਹੈ, ਕੋਈ ਅਨਹਦ ਸ਼ਬਦ ਕਿਤੇ ਨਹੀਂ ਵੱਜਦੇ। ਸੋ ਇਹ ਜਿਹੜੀ ਘੁੰਗਰੂਆਂ ਤੇ ਝਾਂਜਰਾਂ ਦੀ ਛਣਕਾਰ, ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਦੋਂ ਰੁਣ ਝੁਨਕਾਰ ਦੇ ਅਰਥ ਕੀਤੇ ਨੇ ਤੇ ਇਸ ਤਰ੍ਹਾਂ ਉਹਨਾਂ ਨੇ ਲਿਖਿਆ ਹੋਇਆ ਹੈ। ਔਰ ਮੈਂ ਆਖਣਾ ਚਾਹਾਂਗਾ ਕਿ ਇਹ ਸੱਚ ਹੀ ਅਨਹਦ ਸ਼ਬਦ ਅੰਦਰ ਸ਼ੁਰੂ ਹੋ ਜਾਂਦਾ ਹੈ। ਜੇ ਤੁਸੀਂ ਇਸ ਦੇ ਆਨੰਦ ਨੂੰ ਮਾਨਣਾ ਹੋਵੇ ਤੇ ਅਭਿਆਸ ਦੀ ਲੋੜ ਹੋਏਗੀ। ਉਹ ਜ਼ਰੂਰੀ ਹੈ ਕੋਈ ਇਹ ਆਖੇ ਕਿ ਮੈਂ ਹੁਣੇ ਜਾ ਕੇ ਅੱਖਾਂ ਬੰਦ ਕਰਕੇ ਬਹਿ ਜਾ ਤੇ ਅਨਹਦ ਸ਼ਬਦ ਸ਼ੁਰੂ ਹੋ ਜਾਏ, ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ ਡਾਕਟਰ ਬਣਨਾ ਹੋਵੇ, ਇੰਜੀਨੀਅਰ ਬਣਨਾ ਹੋਵੇ, ਤੁਹਾਨੂੰ ਘੱਟ ਤੋਂ ਘੱਟ 20-25 ਸਾਲ ਚਾਹੀਦੇ ਨੇ ਤੇ ਗੱਲ ਕੁਛ ਵੀ ਨਹੀਂ। ਉਹ ਸਭ ਕੁਛ ਇੱਥੇ ਹੀ ਰਹਿਣ ਵਾਲਾ ਹੈ। ਤੇ ਆਹ ਜਿਹੜੀ ਚੀਜ਼ ਹੈ ਅਧਿਆਤਮਿਕਤਾ, ਇਹ ਸਾਡੇ ਨਾਲ ਨਿਭਣ ਵਾਲੀ ਚੀਜ਼ ਹੈ। ਤੇ ਇਹਨੂੰ ਅਸੀਂ ਚਾਹ ਰਹੇ ਹਾਂ ਕਿ ਬੈਠਦਿਆਂ ਸਾਰੀ ਅੱਖਾਂ ਬੰਦ ਕਰੀਏ ਤੇ ਕੁਝ ਵਾਪਰ ਜਾਏ। ਐਸਾ ਨਹੀਂ ਹੋਣ ਵਾਲਾ। ਇਹਦੇ ਲਈ ਵੀ ਸਾਨੂੰ ਲੰਮਾ ਸਮਾਂ ਲਗਾਉਣਾ ਪਏਗਾ। ਜੇ ਸੱਚਮੁੱਚ ਕਿਸੇ ਦੇ ਮਨ ਵਿੱਚ ਸ਼ੌਕ ਹੋਵੇ ਤੇ ਉਹ ਤਿਆਰੀ ਕਰਕੇ ਇਸ ਕਾਰਜ ਨੂੰ ਆਰੰਭ ਕਰ ਦਿਓ। ਇਹ ਸੱਚਮੁੱਚ ਹੀ ਅਨਹਦ ਸ਼ਬਦ ਵੱਜਦੇ ਨੇ। ਇੰਨੇ ਸੁਰੀਲੇ ਰੁਣ ਝੁਨਕਾਰ ਅੰਦਰ ਲੱਗਦੀ ਹੈ ਕਿ ਉਹਦਾ ਬਿਆਨ ਕਰਨਾ, ਯਾਨੀ ਮਹਾਂਪੁਰਸ਼ ਕਹਿੰਦੇ ਨੇ, ਉਹ ਬਿਆਨ ਨਹੀਂ ਕੀਤੀਆਂ ਜਾਂਦੀਆਂ ਗੱਲਾਂ। ਭਗਤ ਬੇਣੀ ਜੀ ਨੂੰ ਕਿਸੇ ਨੇ ਪੁੱਛਿਆ ਸੀ, ਆਪਣੇ ਕੋਲ ਨਾ 15 ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ। ਉਹਨਾਂ ਵਿੱਚੋਂ ਇੱਕ ਭਗਤ ਨੇ ਬੇਣੀ ਜੀ, ਉਹਨਾਂ ਦਾ ਨਾਂ ਹੈ। ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਬੜੀ ਅਨਹਦ ਦੀ ਗੱਲ ਕਰਦੇ ਹੋ, ਅੰਦਰ ਦੇ ਸੁੱਖ ਦੀ, ਆਰਾਮ ਦੀ, ਸ਼ਾਂਤੀ ਦੀ, ਸਹਿਜ ਦੀ, ਅਡੋਲਤਾ ਦੀ, ਇਹ ਬਹੁਤ ਜ਼ਿਕਰ ਕਰਦੇ ਹੋ, ਕੀ ਇਹ ਸੱਚਮੁੱਚ ਹੀ ਹੁੰਦਾ ਹੈ? ਉਸ ਅਵਸਥਾ ਦੀ ਨਿਸ਼ਾਨੀ ਕੀ ਹੈ? ਇਹ ਸਵਾਲ ਕੀਤਾ ਗਿਆ ਉਹਨਾਂ ਨੂੰ। ਦੇਵ ਸਥਾਨੇ ਕਿਆ ਨਿਸ਼ਾਨੀ? ਦੇਵ ਸਥਾਨ ਦਾ ਮਤਲਬ ਹੈ ਜਿੱਥੇ ਪਰਮਾਤਮਾ ਪ੍ਰਗਟ ਹੁੰਦਾ ਹੈ, ਜਿਸ ਅਵਸਥਾ ਵਿੱਚ ਪਰਮਾਤਮਾ ਦਾ ਦਰਸ਼ਨ ਹੁੰਦਾ ਹੈ, ਉਸ ਦੀ ਨਿਸ਼ਾਨੀ ਕੀ ਹੈ? ਉਸ ਥਾਂ ਦੀ, ਉਸ ਅਵਸਥਾ ਦੀ। ਤੇ ਭਗਤ ਜੀ ਨੇ ਆਖਿਆ ਸੀ, ਤਹਿ ਬਾਜੇ ਸ਼ਬਦ ਅਨਾਹਦ ਬਾਣੀ। ਉਸ ਥਾਂ ਦੀ ਇਹ ਨਿਸ਼ਾਨੀ ਹੈ ਜੀ ਕਿ ਅਨਹਦ ਸ਼ਬਦ ਸ਼ੁਰੂ ਹੋ ਜਾਂਦਾ ਹੈ। ਤੇ ਅਨਹਦ ਸ਼ਬਦ ਹੀ ਹੈ ਜਿਹੜਾ ਉਸ ਮਾਲਕ ਤੱਕ ਸਾਨੂੰ ਲਿਜਾਂਦਾ ਹੈ। ਇਸੇ ਹੀ ਸ਼ਬਦ ਨੂੰ ਨਾਮ ਆਖਿਆ ਜਾਂਦਾ ਹੈ। ਇਸੇ ਸ਼ਬਦ ਦੇ ਹੋਰ ਬਹੁਤ ਸਾਰੇ ਨਾਮ ਗੁਰਬਾਣੀ ਵਿੱਚ ਦਿੱਤੇ ਗਏ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਲਿਖੇ ਨੇ, 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ, ਉਥੈ ਅਨਹਦ ਸ਼ਬਦ ਵੱਜਹਿ ਦਿਨ ਰਾਤੀ। ਉਹਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ, ਭਾਈ ਜੇ ਕਿਸੇ ਨੇ ਉਹ ਸੁਣਨੇ ਹੋਣ, 9 ਦਰ ਠਾਕੇ ਧਾਵਤ ਰਹਾਏ। ਇਹ ਵੇਖੋ ਪਹਿਲਾ ਕਰਮ ਹੈ ਅਧਿਆਤਮਿਕਤਾ ਦੇ ਰਸਤੇ ਦਾ। 9 ਦਰਾਂ ਨੂੰ, ਯਾਨੀ 9 ਦਰਵਾਜ਼ੇ, ਅੱਖਾਂ, ਕੰਨ, ਨੱਕ, ਮੂੰਹ, ਇਹ ਇੰਦਰੇ ਜਿਹੜੇ ਨੇ, ਇਹਨਾਂ ਉੱਤੇ ਕੰਟਰੋਲ ਕਰਨਾ, ਇਹਨਾਂ ਤੇ ਕਾਬੂ ਪਾ ਲੈਣਾ। ਇਹਨੂੰ ਆਖਿਆ 9 ਦਰ ਠਾਕੇ। ਧਾਵਤ ਰਹਾਏ ਤੋਂ ਮਤਲਬ ਹੈ ਜਿਹੜਾ ਸਾਡਾ ਮਨ ਦੌੜ ਰਿਹਾ ਚਾਰ ਚੁਫੇਰੇ, ਇੱਕ ਛਿਨ ਵੀ ਨਹੀਂ ਰੁਕਦਾ। ਧਾਵਤ ਰਹਾਏ, ਇਹਨੂੰ ਦੌੜਦੇ ਹੋਏ ਨੂੰ ਰੋਕ ਲਵੇ। ਜਦੋਂ ਇਹ 9 ਦਰਵਾਜ਼ਿਆਂ ਤੇ ਕਾਬੂ ਪੈ ਜਾਏ, ਦੌੜਦਾ ਹੋਇਆ ਮਨ ਰੁਕ ਜਾਏ ਤੇ ਸਹਿਜੇ ਸੁਰਤ 10ਵੇਂ ਦੁਆਰ ਵੱਲ ਚਾਲੇ ਪਾ ਦਿੰਦੀ ਹੈ।
ਦਸਵੇਂ ਨਿਜ ਘਰ ਵਾਸਾ ਪਾਏ। ਉੱਥੇ ਉਸ ਅਵਸਥਾ ਵਿੱਚ ਅਨਹਦ ਸ਼ਬਦ ਵੱਜਹਿ ਦਿਨ ਰਾਤੀ। ਰਾਤ ਦਿਨੇ ਫਿਰ ਅਨਹਦ ਸ਼ਬਦ ਵੱਜਣੇ ਸ਼ੁਰੂ ਹੋ ਜਾਂਦੇ ਨੇ। ਗੁਰਮਤੀ ਸ਼ਬਦ ਸੁਣਾਵਣਿਆ। ਗੁਰੂ ਦੀ ਮੱਤ ਤੇ ਚੱਲ ਕੇ ਪਰਮਾਤਮਾ ਜੀ ਵੱਲੋਂ, ਵਾਹਿਗੁਰੂ ਜੀ ਵੱਲੋਂ ਇਹ ਸ਼ਬਦ ਸਾਨੂੰ ਸੁਣਾਏ ਜਾਂਦੇ ਨੇ। ਯਾਨੀ ਜਿਹੜਾ ਵੀ ਅਭਿਆਸ ਕਰੇ ਉਸ ਨੂੰ ਸੁਣਾਏ ਜਾਂਦੇ ਨੇ। ਸੋ ਜਿਸ ਵੀ ਕਿਸੇ ਨੇ ਸਵਾਲ ਭੇਜਿਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ। ਕਦੇ ਵੀ ਤੁਹਾਨੂੰ ਕੋਈ ਗੁਰਬਾਣੀ ਦੇ ਸੰਬੰਧ ਵਿੱਚ ਸਵਾਲ ਹੋਵੇ ਤੇ ਜ਼ਰੂਰ ਭੇਜ ਦਿਆ ਕਰੋ, ਤਾਂ ਕਿ ਅਸੀਂ ਸਾਰੇ ਜਣੇ ਮਿਲ ਕੇ ਉਸ ਨੂੰ ਸਮਝ ਪਾਈਏ ਤੇ ਆਪਾਂ ਅੱਗੇ ਵਧਣਾ, ਰੁਕਣਾ ਨਹੀਂ ਹੈ। ਅਸੀਂ ਉਹਨਾਂ ਛੋਟੇ ਛੋਟੇ ਬਾਲਕਾਂ ਦਾ ਜ਼ਿਕਰ ਹੁਣੇ ਕੀਤਾ, 5-5, 7-7 ਸਾਲਾਂ ਦੇ। ਉਹ ਕਿੱਥੇ ਪਹੁੰਚ ਗਏ ਤੇ ਅਸੀਂ ਕਿੱਥੇ ਖੜੇ ਹਾਂ? ਅਸੀਂ ਰੁਕ ਗਏ ਹਾਂ। ਰੁਕਣਾ ਨਹੀਂ ਹੈ, ਅੱਗੇ ਤੋਂ ਅੱਗੇ ਚੱਲਦੇ ਜਾਣਾ ਹੈ। ਤੇ ਚੱਲਣ ਤੋਂ ਭਾਵ ਹੈ ਜਿਸ ਵੀ ਗੁਰੂ ਨੂੰ ਆਪਾਂ ਮੰਨਦੇ ਹਾਂ ਉਸ ਗੁਰੂ ਦੇ ਆਖੇ ਲੱਗ ਕੇ ਸਾਨੂੰ ਉਹ ਕਾਰ ਕਰਨੀ ਚਾਹੀਦੀ, ਉਹ ਕੰਮ ਕਰਨਾ ਚਾਹੀਦਾ ਹੈ ਜਿਸ ਕੰਮ ਨੂੰ ਕੀਤਿਆਂ ਸਾਡੇ ਜੀਵਨ ਦਾ ਮਨੋਰਥ ਪੂਰਾ ਹੋ ਜਾਣਾ ਹੈ। ਅੱਜ ਦੀ ਜਿਹੜੀ ਵਿਚਾਰ ਆਪਾਂ ਰਾਗ ਬਿਲਾਵਲ ਤੋਂ ਸ਼ੁਰੂ ਕਰਾਂਗੇ, ਕਿਉਂਕਿ ਇਹ ਗੁਰਬਾਣੀ ਦਾ ਸਿਰਲੇਖ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਰਾਗ ਜਿਹੜਾ 16ਵੇਂ ਨੰਬਰ ਤੇ ਰਾਗ ਆਉਂਦਾ। ਪਿੱਛੇ ਆਪਾਂ ਸੋਹੀ ਰਾਗ ਵੇਖਿਆ, ਉਹਦਾ ਨੰਬਰ 15ਵਾਂ ਸੀ। ਰਾਗ ਬਿਲਾਵਲ ਦਾ ਨੰਬਰ 16ਵਾਂ ਹੈ। ਤੇ ਬਿਲਾਵਲ ਦਾ ਅਰਥ ਹੁੰਦਾ ਹੈ ਜੀ ਖਿੜਾਓ, ਖੁਸ਼ੀ, ਆਨੰਦ, ਸ਼ਾਂਤੀ। ਇਹ ਬਿਲਾਵਲ ਦੇ ਅਰਥ ਨੇ। ਇਹ ਜਿਹੜਾ ਬਿਲਾਵਲ ਰਾਗ, ਇਹਦਾ ਜਿਹੜਾ ਗਾਉਣ ਦਾ ਵਕਤ ਹੈ ਉਹ ਦਿਨ ਦਾ ਦੂਜਾ ਪਹਿਰ, ਯਾਨੀ ਸੂਰਜ ਨਿਕਲਣ ਤੋਂ 3 ਘੰਟੇ ਬਾਅਦ ਵਿੱਚ ਬਿਲਾਵਲ ਰਾਗ ਗਾਇਆ ਜਾਣਾ ਸ਼ੁਰੂ ਕੀਤਾ ਜਾਂਦਾ ਹੈ। ਤੇ ਜ਼ਿਆਦਾਤਰ ਖੁਸ਼ੀ ਦੇ ਸਮਿਆਂ ਤੇ ਮੌਕਿਆਂ ਤੇ ਇਹ ਰਾਗ ਗਾਇਆ ਜਾਂਦਾ ਹੈ। ਇਸ ਰਾਗ ਦੇ ਬਾਰੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਲਿਖੇ ਨੇ, ਬਿਲਾਵਲ ਤਬ ਹੀ ਕੀਜੀ ਹੈ। ਵੇਖੋ, ਅਸੀਂ ਸਾਰੇ ਲੋਕ ਖੁਸ਼ੀ ਚਾਹੁੰਦੇ ਹਾਂ, ਅਸੀਂ ਸਾਰੇ ਲੋਕ ਖਿਡਾਓ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਕੁਝ ਚੰਗਾ ਚੰਗਾ ਵਾਪਰੇ, ਕੁਝ ਮਾੜਾ ਨਾ ਵਾਪਰੇ। ਸਾਰੇ ਇਹੀ ਚਾਹ ਰਹੇ ਹਾਂ। ਮਨੁੱਖ ਹੀ ਨਹੀਂ, ਪਸ਼ੂ ਪੰਛੀ ਵੀ ਉਹ ਸੁੱਖ ਚਾਹੁੰਦੇ ਨੇ, ਉਹ ਖੁਸ਼ੀ ਚਾਹੁੰਦੇ ਨੇ, ਉਹ ਖੇੜਾ ਚਾਹੁੰਦੇ ਨੇ। ਇਹ ਖੁਸ਼ੀ ਤੇ ਖੇੜਾ ਕਿਵੇਂ ਮਿਲੇ, ਕਦੋਂ ਮਿਲੇ? ਬਿਲਾਵਲ ਤਬ ਹੀ ਕੀਜੀ ਹੈ। ਖੁਸ਼ੀ ਤਾਂ ਹੀ ਮਾਣੀ ਜਾ ਸਕਦੀ ਏ ਜਬ ਮੁੱਖ ਹੋਵੇ ਨਾਮ। ਜਦੋਂ ਕਿਸੇ ਪ੍ਰਾਣੀ ਦੇ ਮੁੱਖ ਵਿੱਚ ਪਰਮਾਤਮਾ ਦਾ ਅੰਮ੍ਰਿਤ ਨਾਮ ਟਿਕ ਜਾਏ, ਉਹਨੂੰ ਕਦੇ ਹੁਣ ਭੁੱਲੇ ਨਾ। ਉਹ ਹਰ ਵਕਤ ਵਾਹਿਗੁਰੂ ਵਾਹਿਗੁਰੂ ਜਾਂ ਜੋ ਵੀ ਉਹ ਨਾਮ ਲੈਂਦਾ ਰੱਬ ਦਾ, ਰਾਮ ਰਹੀਮ ਖੁਦਾ, ਜੋ ਵੀ ਉਹਦੇ ਮੁੱਖ ਵਿੱਚੋਂ ਇਹ ਨਾਮ ਵਿਸਰੇ ਨਾ, ਤੇ ਫਿਰ ਪੂਰਨ ਖਿੜਾਓ ਮਿਲ ਜਾਂਦਾ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ। ਜ਼ਿੰਦਗੀ ਵਿੱਚ ਪੂਰਨ ਖਿੜਾਓ ਪ੍ਰਾਪਤ ਹੋ ਸਕਦਾ ਹੈ ਜੇਕਰ ਵਾਹਿਗੁਰੂ ਜੀ ਦਾ ਪਵਿੱਤਰ ਨਾਮ ਮਨੁੱਖ ਦੇ ਮੁੱਖ ਵਿੱਚ ਟਿਕ ਜਾਏ, ਵਸ ਜਾਏ। ਹਰ ਘੜੀ ਇਹਦਾ ਉਚਾਰਨ ਉਹ ਮਨੁੱਖ ਕਰਦਾ ਰਹੇ। ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੈ ਸਹਿਜ ਧਿਆਨ। ਫਿਰ ਸ਼ਬਦ ਦੀ ਰਾਹੀਂ ਜਿੰਨੇ ਵੀ ਰਾਗ ਤੇ ਨਾਦ ਨੇ, ਚਾਹੇ ਉਹ ਗਾਏ ਜਾਂਦੇ ਨੇ, ਚਾਹੇ ਉਹ ਸੁਣਾਏ ਜਾਂਦੇ ਨੇ, ਚਾਹੇ ਉਹ ਸੁਣੇ ਜਾਂਦੇ ਨੇ, ਚਾਹੇ ਉਹ ਅੰਦਰ ਦੇ ਨੇ, ਚਾਹੇ ਉਹ ਬਾਹਰ ਦੇ ਨੇ, ਗੁਰੂ ਦੇ ਸ਼ਬਦ ਰਾਹੀਂ ਉਹ ਸੋਹਣੇ ਲੱਗਣ ਲੱਗ ਪੈਂਦੇ ਨੇ। ਕਦੋਂ? ਜਦੋਂ ਪਹਿਲਾਂ ਅਸੀਂ ਮੁੱਖ ਵਿੱਚ ਨਾਮ ਦਾ ਉਚਾਰਨ ਕਰਦੇ ਹਾਂ, ਜਪਦਿਆਂ ਜਪਦਿਆਂ ਅਗਲੀਆਂ ਅਵਸਥਾਵਾਂ ਬਣਦੀਆਂ ਨੇ,
ਤੇ ਅਵਸਥਾਵਾਂ ਬਦਲਦਿਆਂ ਸਹਿਜ ਵਿੱਚ ਧਿਆਨ ਲੱਗ ਜਾਂਦਾ ਹੈ। ਜਦੋਂ ਧਿਆਨ ਲੱਗ ਜਾਏ ਫਿਰ ਇਹ ਪੂਰੀ ਦੁਨੀਆ ਦੀ ਕੋਈ ਵੀ ਆਵਾਜ਼ ਹੋਵੇ ਉਹ ਸੋਹਣੀ ਲੱਗਦੀ ਏ। ਫਿਰ ਤੇ ਲੋਕ ਰੋਂਦੇ ਹੋਏ ਵੀ ਚੰਗੇ ਲੱਗਦੇ ਨੇ, ਹੱਸਦੇ ਹੋਏ ਵੀ ਸੋਹਣੇ ਲੱਗਦੇ ਨੇ। ਮਹਾਂਪੁਰਸ਼ ਤੇ ਇੱਥੋਂ ਤੱਕ ਆਖਦੇ ਨੇ ਜੀ, ਜਦੋਂ ਖੂਹ ਗਿਰਦਾ ਹੈ ਨਾ, ਖੂਹ ਚੱਲਦਾ ਹੋਵੇ, ਪਤਾ ਨਹੀਂ ਬਜ਼ੁਰਗਾਂ ਨੂੰ ਤੇ ਪਤਾ ਹੈ, ਅਸੀਂ ਤੇ ਖੂਹ ਜੋਤਦੇ ਰਹੇ ਹਾਂ। ਉਹਦੇ ਪਿੱਛੇ ਇੱਕ ਤੁੱਕਾ ਲੱਗਾ ਹੁੰਦਾ ਜਿਹੜਾ ਉਹ ਬਲਦਾਂ ਨੂੰ ਪਿੱਛੇ ਜਾਣ ਤੋਂ ਰੋਕਦਾ। ਜੇ ਉਹ ਰੁਕ ਜਾਣ ਤੇ ਉਹ ਸਪੋਰਟ ਕਰਦਾ ਹੈ। ਤੇ ਜਦੋਂ ਗਰਾਰੀ ਜੀ ਚੱਲਦੀ ਉਹਦੇ ਦੰਦਿਆਂ ਨਾਲ ਵੱਜ ਕੇ ਉਹ ਤੁੱਕ ਦੀ ਆਵਾਜ਼ ਕਰਦਾ, ਇਸ ਲਈ ਉਸ ਨੂੰ ਤੁੱਕਾ ਆਖ ਦਿੰਦੇ ਨੇ। ਉਹਦੀ ਜਿਹੜੀ ਆਵਾਜ਼ ਹੈ, ਮਹਾਂਪੁਰਸ਼ ਕਹਿੰਦੇ ਨੇ ਹਰ ਹਟ ਭੀ ਤੂੰ ਕਰੈ। ਵੇਖੋ ਹੁਣ ਮਹਾਂਪੁਰਸ਼ਾਂ ਦੀ ਅਵਸਥਾ, ਉਹਨਾਂ ਨੂੰ ਉਹ ਖੂਹ ਦਾ ਤੁੱਕਾ ਜਿਹਾ ਤੁੱਕ ਕਰਦਾ ਵੀ ਰੱਬ ਕਰਦਾ ਹੀ ਨਜ਼ਰ ਆਉਂਦਾ ਹੈ। ਇਹ ਅਵਸਥਾ ਸਹਿਜ ਵਿੱਚ ਧਿਆਨ ਜਦੋਂ ਲੱਗੇ ਉਦੋਂ ਬਣਦੀ ਏ। ਹਰ ਚੀਜ਼ ਫਿਰ ਚੰਗੀ ਲੱਗਣ ਲੱਗ ਪੈਂਦੀ ਏ, ਕੁਛ ਵੀ ਮਾੜਾ ਨਹੀਂ ਲੱਗਦਾ। ਬੁਰਾ ਨਾਹੀਂ ਸਭ ਭਲਾ ਹੀ ਹੈ ਰੇ। ਉਸ ਅਵਸਥਾ ਵਿੱਚ ਜਾ ਕੇ ਫਿਰ ਹਰ ਚੀਜ਼ ਭਲੀ ਚੰਗੀ ਲੱਗਦੀ ਏ। ਸਾਰੀਆਂ ਆਵਾਜ਼ਾਂ, ਇਹ ਪਸ਼ੂ ਬੋਲਦੇ ਨੇ, ਪੰਛੀ ਬੋਲਦੇ ਨੇ, ਹਵਾ ਚੱਲਦੀ, ਰੁੱਖਾਂ ਨਾਲ ਵੱਜਦੀ, ਆਵਾਜ਼ ਕਰਦੀ ਏ, ਉਹ ਬੜੀ ਪਿਆਰੀ ਲੱਗਦੀ ਏ। ਕਦੋਂ? ਜਦੋਂ ਸਹਿਜ ਵਿੱਚ ਧਿਆਨ ਲੱਗ ਜਾਏ, ਉਸ ਤੋਂ ਪਹਿਲਾਂ ਨਹੀਂ। ਬਿਲਾਵਲ ਰਾਗ ਜਿਹੜਾ ਹੈ, ਇਸ ਰਾਗ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਨਾਲ ਸ਼ੁਰੂ ਕੀਤਾ ਹੈ। ਤੇ ਇਹ ਰਾਗ ਜਿਹੜਾ 795 ਨੰਬਰ ਪੰਨਾ ਤੋਂ ਸ਼ੁਰੂ ਹੁੰਦਾ ਹੈ ਤੇ 858 ਤੱਕ ਇਹ ਚੱਲਦਾ ਹੈ। ਇਹਦਾ ਜਿਹੜਾ ਪਹਿਲਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਿਆ, ਉਹਦੇ ਵਿੱਚ ਉਹ ਆਖਦੇ ਨੇ, ਤੂੰ ਸੁਲਤਾਨ ਕਹਾਂ ਹਉ ਮੀਆਂ ਤੇਰੀ ਕਵਨ ਵਡਾਈ। ਜਿੰਨੇ ਅਧਿਆਤਮਿਕਵਾਦੀ ਲੋਕ ਹੁੰਦੇ ਨੇ, ਉਹ ਪ੍ਰਭੂ ਦੀ ਉਸਤਤ ਕਰਨਾ, ਪ੍ਰਭੂ ਦੀ ਵਡਿਆਈ ਕਰਨਾ ਚੰਗਾ ਇੱਕ ਕਰਮ ਸਮਝਦੇ ਨੇ। ਕਰਨੀ ਚਾਹੀਦੀ ਏ। ਮਹਾਰਾਜ ਜੀ ਨੇ ਸਾਨੂੰ ਬਾਰ-ਬਾਰ ਆਖਿਆ ਕਿ ਰੱਬ ਦੀ ਸਿਫਤ ਕਰਿਆ ਕਰੋ, ਰੱਬ ਦੇ ਗੁਣ ਗਾਇਆ ਕਰੋ, ਰੱਬ ਦਾ ਨਾਮ ਜਪਿਆ ਕਰੋ। ਤੇ ਗੁਰੂ ਜੀ ਆਖਦੇ ਨੇ ਕਿ ਜੇ ਮੈਂ ਆਪਣੀ ਮਰਜ਼ੀ ਨਾਲ ਹੇ ਵਾਹਿਗੁਰੂ ਤੇਰੀ ਵਡਿਆਈ ਕਰਨ ਲੱਗਾ ਤੇ ਮੇਰੇ 'ਚ ਤੇ ਇੰਨੀ ਅਕਲ ਹੀ ਨਹੀਂ ਕਿ ਮੈਂ ਤੇਰੀ ਵਡਿਆਈ ਕਰ ਸਕਾਂ। ਕਿਵੇਂ ਤੇਰੀ ਵਡਿਆਈ ਕਰਾਂ? ਤੂੰ ਇੰਨਿਆਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਅਚਰਜ ਤੇਰੀ ਕੁਦਰਤ ਨੂੰ ਵੇਖ ਕੇ ਹੀ ਮੈਂ ਤੇ ਇਹਦੀ ਵਡਿਆਈ ਨਹੀਂ ਕਰ ਸਕਦਾ, ਤੇ ਤੇਰੀ ਵਡਿਆਈ ਮੈਂ ਕਿਵੇਂ ਕਰ ਸਕਦਾ? ਲੇਕਿਨ ਮੈਂ ਕਰ ਕੀ ਰਿਹਾ ਹਾਂ? ਤੂੰ ਸੁਲਤਾਨ ਕਹਾ ਹਉ ਮੀਆਂ। ਮੈਂ ਇਸ ਤਰ੍ਹਾਂ ਤੇਰੀ ਵਡਿਆਈ ਕਰਨਾ ਪਿਆ ਜਿਵੇਂ ਕਿਸੇ ਬਾਦਸ਼ਾਹ ਨੂੰ ਮੀਆਂ ਜੀ ਆਖ ਕੇ ਪੁਕਾਰ ਰਹੇ ਹੋਈਏ। ਮੀਆਂ ਦੇ ਅਰਥ ਜੀ 2-3 ਹੁੰਦੇ ਨੇ। ਇਹਦਾ ਅਰਥ ਪਤੀ ਵੀ ਹੁੰਦਾ ਹੈ ਮੀਆਂ ਦਾ, ਇਹਦਾ ਅਰਥ ਪਿਤਾ ਵੀ ਹੁੰਦਾ ਹੈ ਤੇ ਪਤੀ ਵੀ ਹੁੰਦਾ ਹੈ, ਇਹਦਾ ਅਰਥ ਸਰਦਾਰ ਜਾਂ ਚੌਧਰੀ ਵੀ ਹੁੰਦਾ ਹੈ। ਤੂੰ ਇੱਕ ਬਾਦਸ਼ਾਹ ਦੀ ਨਿਆਈ ਹੈ ਤੇ ਮੈਂ ਤੈਨੂੰ ਇੱਕ ਚੌਧਰੀ ਆਖੀ ਜਾਨਾ। ਮੈਂ ਤੇਰੀ ਵਡਿਆਈ ਪਿਆ ਕਰਨਾ ਆਪਣੇ ਮਨੋਂ। ਔਰ ਸਾਡੀ ਸਭਨਾਂ ਦੀ ਹਾਲਤ ਜੀ ਇਹੋ ਹੀ ਏ। ਤੇਰੇ ਕਵਨ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੂੰ ਤੇ ਗੁਣਾਂ ਦਾ ਖਜ਼ਾਨਾ ਏ। ਜਿਹਵਾ ਏਕ ਕਵਨ ਗੁਣ ਕਹੀ ਹੈ। ਇੱਕ ਜੀਵ ਦੇ ਨਾਲ ਮੈਂ ਤੇਰੇ ਕਿਹੜੇ ਗੁਣ ਨੂੰ ਵਰਣਨ ਕਰਾਂ, ਕਿਹੜੇ ਗੁਣ ਦਾ ਬਿਆਨ ਕਰਾਂ, ਕੀਤਾ ਹੀ ਨਹੀਂ ਜਾ ਸਕਦਾ। ਬਸ ਮੈਂ ਇਸ ਤਰ੍ਹਾਂ ਹੀ ਲੱਗਾ ਹੋਇਆ ਕਰਨ, ਜਿਵੇਂ ਬਾਦਸ਼ਾਹ ਨੂੰ ਮੀਆਂ ਜੀ ਆਖੀ ਜਾਵਾਂ, ਤੇ ਕਿਹੜੀ ਵਡਿਆਈ ਮੈਂ ਕਰਦਾ ਪਿਆ ਉਹਦੀ। ਲੇਕਿਨ ਆਖਿਆ ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਨ ਨਾ ਜਾਈ। ਹੇ ਵਾਹਿਗੁਰੂ ਜੀ, ਮੈਂ ਅਣਜਾਣ ਆਦਮੀ ਹਾਂ,
ਮੂਰਖ ਆਦਮੀ ਹਾਂ, ਮੈਂ ਤੇਰੀ ਵਡਿਆਈ ਨਹੀਂ ਕਹਿ ਸਕਦਾ, ਪਰ ਜਿੰਨੀ ਕੁ ਤੂੰ ਮੈਨੂੰ ਸੋਝੀ ਦੇਣਾ ਹੈ, ਜਿੰਨੀ ਕੁ ਤੂੰ ਮੈਨੂੰ ਬਲ ਬੁੱਧੀ ਦੇਣਾ ਹੈ, ਉਹਦੇ ਹਿਸਾਬ ਨਾਲ ਮੈਂ ਤੇਰੀ ਵਡਿਆਈ ਕਰਦਾ ਰਹਿੰਦਾ ਹਾਂ। ਇਹ ਜੀ ਗੁਰੂ ਨਾਨਕ ਸਾਹਿਬ ਦਾ ਮੱਤ ਏ। ਇੱਥੋਂ ਦੋ ਚੀਜ਼ਾਂ ਪ੍ਰਗਟ ਹੁੰਦੀਆਂ ਨੇ। ਇੱਕ ਤੇ ਸਾਨੂੰ ਮਾਲਕ ਦੀ ਵਡਿਆਈ ਕਰਨੀ ਹੀ ਚਾਹੀਦੀ ਹੈ, ਚਾਹੇ ਸਾਨੂੰ ਕਰਨੀ ਆਵੇ ਚਾਹੇ ਨਾ ਕਰਨੀ ਆਵੇ, ਚਾਹੇ ਅਸੀਂ ਬਾਦਸ਼ਾਹ ਨੂੰ ਮੀਆਂ ਜੀ ਹੀ ਕਹਿੰਦੇ ਹੋਈਏ, ਪਰ ਕਹਿਣਾ ਜ਼ਰੂਰ ਚਾਹੀਦਾ। ਦੂਸਰੀ ਗੱਲ, ਮਨ ਵਿੱਚ ਨਿਮਰਤਾ ਧਾਰਨੀ ਚਾਹੀਦੀ ਹੈ। ਮੈਂ ਮੂਰਖ ਕਹਿ ਨਾ ਜਾਈ। ਸਾਡੇ ਵਿੱਚੋਂ ਕੋਈ ਵੀ ਜਣਾ ਆਪਣੇ ਆਪ ਨੂੰ ਮੂਰਖ ਨਾ ਸਮਝਦਾ, ਤੇ ਜੇ ਕੋਈ ਆਖੇ ਅਸੀਂ ਤੇ ਲੜ ਪਈਏ ਉਹਦੇ ਨਾਲ ਵੀ ਤੇਰੀ ਕੀ ਹਿੰਮਤ, ਤੂੰ ਮੈਨੂੰ ਮੂਰਖ ਕਿਵੇਂ ਆਖਦਾ, ਇੰਨੀਆਂ ਜਮਾਤਾਂ ਮੈਂ ਪੜ੍ਹੀਆਂ ਨੇ, ਇੰਨੇ ਲੋਕ ਮੇਰੇ ਹੁਕਮ ਵਿੱਚ ਕੰਮ ਕਰਦੇ ਨੇ, ਮੈਂ ਕਿਵੇਂ ਮੂਰਖ ਹੋਇਆ। ਮੂਰਖ ਨਹੀਂ ਜੀ, ਗੁਰੂ ਨਾਨਕ ਸਾਹਿਬ ਕਿਸੇ ਨੂੰ ਆਖਦੇ ਨਾ ਆਪਣੇ ਆਪ ਨੂੰ। ਇਹ ਸ਼ਬਦ ਹੈ ਨਿਮਰਤਾ ਦਾ ਪ੍ਰਤੀਕ। ਆਪਣੇ ਆਪੇ ਵਿੱਚ ਨਿਮਰਤਾ ਲਿਆਉਣੀ, ਗਰੀਬੀ ਲਿਆਉਣੀ, ਇਹ ਦੋ ਚੀਜ਼ਾਂ ਸਾਨੂੰ ਗੁਰੂ ਨਾਨਕ ਸਾਹਿਬ ਨੇ ਜਦੋਂ ਉਹਨਾਂ ਨੇ ਰਾਗ ਬਿਲਾਵਲ ਸ਼ੁਰੂ ਕੀਤਾ, ਇਹ ਦੋ ਚੀਜ਼ਾਂ ਸਮਝਾ ਦਿੱਤੀਆਂ। ਤੇ ਸੱਚ ਜਾਣਿਓ, ਜਿਸ ਬੰਦੇ ਵਿੱਚ ਇਹ ਦੋ ਚੀਜ਼ਾਂ ਆ ਜਾਣ, ਨਿਮਰਤਾ ਆ ਜਾਏ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਉਹ ਬੰਦਾ ਕਰਨ ਲੱਗ ਪਵੇ, ਉਹਦੀ ਜ਼ਿੰਦਗੀ ਵਿੱਚ ਬਿਲਾਵਲ ਆ ਜਾਂਦਾ ਹੈ, ਖੁਸ਼ੀ ਆ ਜਾਂਦੀ ਹੈ, ਖੇੜਾ ਆ ਜਾਂਦਾ ਹੈ। ਇਸ ਬਿਲਾਵਲ ਰਾਗ ਦੇ ਅੰਦਰ ਇੱਕ ਸਿਰਲੇਖ ਆਇਆ ਜੀ, ਪੜਤਾਲ। ਪੜਤਾਲ ਦਾ ਜਿਹੜਾ ਅਰਥ ਹੈ, ਇਹ ਤਬਲਾ ਹੈ। ਇਸ ਨੂੰ ਅੱਜ ਕੱਲ੍ਹ ਆਪਾਂ ਤਬਲਾ ਆਖਦੇ ਹਾਂ। ਇਹ ਪੁਰਾਣੇ ਸਮੇਂ 'ਚ ਜੋੜੀ ਹੁੰਦੀ ਸੀ, ਤੇ ਜੋੜੀ ਇਹ ਨਹੀਂ ਸੀ ਹੁੰਦੀ ਜੀ, ਉਹਨੂੰ ਆਟਾ ਲਗਾਉਂਦੇ ਸਨ ਵਜਾਉਣ ਵਾਲੇ, ਤੇ ਆਟੇ ਦਾ ਧਾਮਾ ਲਗਾ ਕੇ ਉਹਨੂੰ ਵਜਾਉਂਦੇ ਹੁੰਦੇ ਸਨ। ਜੇ ਤੁਸੀਂ ਕਦੀ ਭਾਈ ਅਵਤਾਰ ਸਿੰਘ, ਗੁਰਚਰਨ ਸਿੰਘ ਹੁਣਾਂ ਨੂੰ ਕੀਰਤਨ ਕਰਦਿਆਂ ਵੇਖਿਆ ਹੋਵੇ, ਤੇ ਉਹਨਾਂ ਦੇ ਜਿਹੜੇ ਸਾਥੀ ਸਨ ਜੋੜੀ ਵਾਲੇ, ਉਹ ਇਹਦੇ ਉੱਤੇ ਆਟਾ ਲਾ ਕੇ ਹੀ ਵਜਾਇਆ ਕਰਦੇ ਸਨ। ਉਹਨਾਂ ਨੇ ਆਟੇ ਦੀ ਕੌਲੀ ਜੀ ਇੰਨੀ ਕੁ ਪਹਿਲਾਂ ਹੀ ਗੁੰਨ ਕੇ ਆਟਾ ਚੰਗੀ ਤਰ੍ਹਾਂ ਉਹ ਲਿਆ ਕੇ ਕੋਲ ਰੱਖਿਆ ਹੁੰਦਾ, ਤੇ ਉਹ ਉਹਦੇ ਉੱਤੇ ਲਗਾ ਕੇ ਤੇ ਉਹਦੇ ਨਾਲ ਉਹ ਵਜਾਉਂਦੇ। ਉਸ ਨੂੰ ਜੋੜੀ ਆਖਦੇ ਸਨ। ਤੇ ਜੋੜੀ ਦੇ ਤਾਲਾਂ ਨੂੰ ਬਦਲ ਬਦਲ ਕੇ ਤਾਲ ਵਜਾਉਣੇ, ਇਸ ਨੂੰ ਪੜਤਾਲ ਆਖਦੇ ਨੇ। ਸੋ ਇਹ ਬਦਲ ਬਦਲ ਕੇ ਤਾਲ ਸ਼ਬਦ ਦੇ ਵਿੱਚ ਵਜਾਉਣੇ ਤੇ ਉਹਦੇ ਹਿਸਾਬ ਨਾਲ ਗਾਉਣਾ ਪੜਤਾਲ ਖਵਾਉਂਦਾ ਹੈ। ਚੌਥੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਪੜਤਾਲ ਰਾਗ ਬਿਲਾਵਲ ਦੇ ਅੰਦਰ ਲਿਖੀ ਹੋਈ ਹੈ। ਤੁਸੀਂ ਭਾਈ ਸੁਰਜੀਤ ਸਿੰਘ ਹੋਰਾਂ ਨੂੰ ਜਾਣਦੇ ਹੋ, ਜਿਹੜੇ ਪਿਛਲੇ ਮਹੀਨੇ ਆਪਣੇ ਕੋਲ ਕੀਰਤਨ ਦੀ ਸੇਵਾ ਕਰਕੇ ਗਏ ਨੇ। ਉਹ ਆਪਣੇ ਸਮੇਂ 'ਚ ਇੱਕ ਦੋ ਵਾਰੀ ਜ਼ਰੂਰ ਪੜਤਾਲ ਗਾਉਂਦੇ ਹੁੰਦੇ ਨੇ, ਤੇ ਪੜਤਾਲ ਦੀ ਉਹਨਾਂ ਨੂੰ ਬੜੀ ਵਧੀਆ ਮੁਹਾਰਤ ਹੈ। ਲੇਕਿਨ ਉਹ ਕਹਿੰਦੇ ਸਨ ਕਿ ਪੜਤਾਲ ਦੀ ਤਿਆਰੀ ਵਾਸਤੇ ਬੜਾ ਲੰਮਾ ਸਮਾਂ ਲੱਗਦਾ ਹੈ, ਕਿਉਂਕਿ ਉਹ ਇਕੱਲੇ ਬੰਦੇ ਨੇ ਨਹੀਂ ਗਾਉਣੀ, ਉਹਦੇ ਨਾਲ ਦੋ ਸਾਥੀ ਹੋਰ ਨੇ, ਉਹਨਾਂ ਦਾ ਵੀ ਅਭਿਆਸ ਚਾਹੀਦਾ ਹੈ। ਇਹ ਤਿੰਨਾਂ ਜਣਿਆਂ ਨੂੰ ਅਭਿਆਸ ਹੋਵੇ ਤਾਂ ਪੜਤਾਲ ਗਾਈ ਜਾਂਦੀ ਹੈ। ਇਹ ਬੜਾ ਔਖਾ ਵਿਸ਼ਾ ਹੈ। ਤੇ ਭਾਈ ਸੁਰਜੀਤ ਸਿੰਘ, ਭਾਈ ਅਵਤਾਰ ਸਿੰਘ ਹੁਰੀ, ਇੱਕ ਦੋ ਸੱਜਣ ਹੋਰ ਵੀ ਮੈਂ ਵੇਖੇ ਨੇ ਜਿਹੜੇ ਪੜਤਾਲ ਗਾਉਂਦੇ ਸਨ। ਭਾਈ ਸੁਰਜੀਤ ਸਿੰਘ ਦਾ ਇੱਕ ਹੋਰ ਗੁਣ ਵੀ ਮੈਨੂੰ ਚਲੋ ਚੇਤੇ ਆ ਗਿਆ, ਮੈਂ ਤੁਹਾਨੂੰ ਸੁਣਾ ਹੀ ਦਿਆਂ। ਸੋ ਜਿਹੜੇ ਗੁਣ ਹੁੰਦੇ ਨੇ ਮਹਾਂਪੁਰਸ਼ਾਂ ਵਿੱਚ, ਸਿਆਣੇ ਗੁਰਮੁਖਾਂ ਵਿੱਚ, ਉਹ ਸਾਨੂੰ ਧਾਰਨ ਕਰਨੇ ਚਾਹੀਦੇ ਨੇ, ਉਹ ਸਾਡੇ ਲਈ ਹੁੰਦੇ ਨੇ। ਪਿਛਲੇ ਹੀ ਮਹੀਨੇ ਨਾ ਅਸੀਂ ਇੱਕ ਬਜ਼ੁਰਗ ਅਕਾਲ ਚਲਾਣਾ ਕਰ ਗਏ ਸਾਂ, ਤੇ ਉਹਨਾਂ ਦੇ ਸੰਸਕਾਰ ਤੇ ਗਏ ਸਾਂ। ਭਾਈ ਸੁਰਜੀਤ ਸਿੰਘ ਜੀ ਉਹ ਮੇਰੇ ਨਾਲ ਸਨ। ਕੀਰਤਨ ਦੀ ਜਦੋਂ ਉਹਨਾਂ ਨੇ ਸਮਾਪਤੀ ਕੀਤੀ ਉੱਥੇ ਫਿਊਨਰਲ ਹੋਮ ਦੇ ਵਿੱਚ,
ਤੇ ਲੋਕੀ ਉੱਠ ਕੇ ਪੈਸੇ ਦੇਣ ਵਾਸਤੇ ਉਹਨਾਂ ਨੂੰ ਆਏ, ਜਿਵੇਂ ਵਾਜੇ ਤੇ ਇੱਥੇ ਰੱਖਦੇ ਨੇ ਪੈਸੇ ਲੋਕ, ਤੇ ਉਹਨਾਂ ਨੇ ਹੱਥ ਨਾਲ ਇਸ਼ਾਰਾ ਕੀਤਾ ਤੇ ਬੋਲ ਕੇ ਵੀ ਆਖਿਆ, ਭਾਈ ਪੈਸੇ ਨਹੀਂ ਰੱਖੋ। ਇਹ ਭਾਈ ਸੁਰਜੀਤ ਸਿੰਘ ਨੂੰ ਮੈਂ ਵੇਖਿਆ ਕਿ ਮ੍ਰਿਤਕ ਦੇ ਲਾਗੇ ਡੈੱਡ ਬਾਡੀ ਪਈ ਹੈ, ਮ੍ਰਿਤਕ ਸਰੀਰ ਪਿਆ ਹੈ, ਅਸੀਂ ਸ਼ਬਦ ਗਾਏ ਨੇ ਤੇ ਤੁਸੀਂ ਸਾਨੂੰ ਮਾਇਆ ਦਿਓ, ਇਹ ਸ਼ੋਭਾ ਨਹੀਂ ਪਾਉਂਦਾ, ਤੁਸੀਂ ਇਹ ਮਾਇਆ ਨਹੀਂ ਰੱਖੋ। ਲੋਕਾਂ ਨੂੰ ਉਹਨਾਂ ਨੇ ਹਟਾ ਦਿੱਤਾ। ਸ਼ੁਰੂ ਵਿੱਚ ਜਦੋਂ ਮੈਂ ਇੱਥੇ ਆਇਆ ਹੀ ਸਾਂ ਤੇ ਮੇਰੇ ਨਾਲ ਰਾਗੀ ਸਿੰਘ ਆਪਣੇ ਇੱਥੇ ਹਰ ਮਹੀਨੇ ਬਦਲ ਜਾਂਦੇ ਨੇ, ਉਹ ਫਿਊਨਰਲ ਹੋਮ ਤੇ ਜੇ ਅਸੀਂ ਕਿਤੇ ਜਾਣਾ ਤੇ ਉਹ ਮੇਰੇ ਨਾਲ ਜਾਂਦੇ ਹੀ ਸਨ। ਤੇ ਮੈਂ ਜੇ ਕਿਸੇ ਨੂੰ ਆਖਣਾ ਵੀ ਇਸ ਤਰ੍ਹਾਂ ਸ਼ਬਦ ਗਾਉਂਦਿਆਂ ਤੇ ਪੈਸੇ ਨਾ ਰੱਖੋ, ਮ੍ਰਿਤਕ ਸਰੀਰ ਲਾਗੇ ਪਿਆ ਹੈ, ਤੇ ਉਹ ਰਾਗੀ ਸਿੰਘ ਉੱਥੇ ਤੇ ਚੁੱਪ ਕੀਤੇ ਰਹਿੰਦੇ ਸਨ ਤੇ ਗੁਰਦੁਆਰੇ ਆ ਕੇ ਮੇਰੇ ਨਾਲ ਝਗੜਾ ਕਰਦੇ ਸਨ। ਉਹਨਾਂ ਆਖਣਾ ਵੀ ਜੇ ਤੂੰ ਨਹੀਂ ਪੈਸੇ ਲੈਣੇ ਹੁੰਦੇ ਤੇ ਨਾ ਲਿਆ ਕਰ, ਇਸ ਤਰ੍ਹਾਂ ਹੀ ਬੋਲਦੇ ਸਨ ਜੀ ਉਹ, ਤੇ ਤੂੰ ਸਾਡੇ ਪੈਸੇ ਕਿਉਂ ਰੁਕਵਾ ਦੇਣਾ। ਤੇ ਫਿਰ ਮੈਂ ਹੌਲੀ ਹੌਲੀ ਆਖਣਾ ਬੰਦ ਕਰਤਾ ਵੀ ਚਲੋ ਮੈਂ ਕੀ ਲੈਣਾ, ਜਿਵੇਂ ਕਰਦੇ ਨੇ ਕਰੀ ਜਾਣ। ਭਾਈ ਸੁਰਜੀਤ ਸਿੰਘ ਨੂੰ ਵੇਖਿਆ ਤੇ ਭਾਈ ਅਵਤਾਰ ਸਿੰਘ ਨੂੰ ਵੇਖਿਆ। ਇੱਕ ਸੱਜਣ ਹੋਰ ਸੀ, ਉਹਨਾਂ ਦਾ ਮੈਨੂੰ ਨਾਂ ਨਹੀਂ ਯਾਦ, ਉਹ ਦਿੱਲੀ ਤੋਂ ਆਏ ਸਨ, ਬਹੁਤ ਲੰਬਾ ਦਾੜਾ ਸੀ, ਇੰਨਾ ਲੰਬਾ ਉਹਨਾਂ ਦਾ। ਇਹਨਾਂ ਤਿੰਨ ਸੱਜਣਾਂ ਨੂੰ ਵੇਖਿਆ ਕਿ ਉਹ ਮ੍ਰਿਤਕ ਪ੍ਰਾਣੀ ਦੇ ਲਾਗੇ ਉਹ ਇਸ ਤਰ੍ਹਾਂ ਮਾਇਆ ਨਹੀਂ ਲੈਂਦੇ। ਤੇ ਮੈਂ ਇੱਕ ਗੱਲ ਤੁਹਾਨੂੰ ਆਖਣਾ ਚਾਹੁੰਦਾ, ਤੁਹਾਨੂੰ ਉੱਠ ਕੇ ਮਾਇਆ ਰੱਖਣੀ ਹੀ ਨਹੀਂ ਚਾਹੀਦੀ। ਤੁਸੀਂ ਵੀ ਤੇ ਸਮਝੋ ਕੁਝ, ਹੁਣ ਸਾਰਾ ਕੁਝ ਇਹੀ ਥੋੜ੍ਹੀ ਆਖਣਗੇ ਤੁਹਾਨੂੰ, ਆਪਾਂ ਵੀ ਸਮਝੀਏ। ਵਕਤ ਵਿਚਾਰੈ ਸੋ ਬੰਦਾ ਹੋਏ, ਸਾਨੂੰ ਵਕਤ ਦੀ ਵਿਚਾਰ ਕਰਨੀ ਚਾਹੀਦੀ ਹੈ। ਤੁਸੀਂ ਸੇਵਾ ਕਰਨੀ ਹੈ ਰਾਗੀ ਸਿੰਘਾਂ ਦੀ, ਸੇਵਾਦਾਰਾਂ ਦੀ, ਜ਼ਰੂਰ ਕਰੋ, ਪਰ ਮੌਕਾ ਵੇਖਿਆ ਕਰੋ। ਸੋ ਇਹ ਗੱਲ ਚਲੋ ਮੇਰੇ ਵੈਸੇ ਧਿਆਨ ਵਿੱਚ ਆ ਗਈ ਤੇ ਮੈਂ ਤੁਹਾਡੇ ਨਾਲ ਕੀਤੀ। ਇਸ ਪੜਤਾਲ ਦੇ ਸੰਬੰਧ ਵਿੱਚ ਮਹਾਨ ਕੋਸ਼ ਵਿੱਚ ਭਾਈ ਕਾਹਨ ਸਿੰਘ ਜੀ ਨੇ ਆ ਬਚਨ ਲਿਖੇ ਨੇ। ਉਹ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਦਾ ਸਿਖਾਇਆ ਸੰਗੀਤ ਸਿੱਖਾਂ ਨੇ ਅਣਗਹਿਲੀ ਕਰਕੇ ਭੁਲਾ ਦਿੱਤਾ ਹੈ। ਇਹ ਗੱਲ ਆਪਣੇ ਵੀ ਸਾਰਿਆਂ ਵਾਸਤੇ ਆ ਤੇ ਖਾਸ ਕਰਕੇ ਜਿਹੜੇ ਸਿੱਖ ਕੀਰਤਨ ਕਰਦੇ ਨੇ ਉਹਨਾਂ ਵਾਸਤੇ। ਜ਼ਰੂਰੀ ਨਹੀਂ ਕਿ ਉਹ ਕੀਰਤਨੀਏ ਹਨ, ਤੁਹਾਡੇ ਵਿੱਚੋਂ ਵੀ ਤੇ ਕੀਰਤਨ ਬਹੁਤ ਲੋਕ ਕਰਦੇ ਨੇ। ਇਹ ਸਾਡੇ ਸਾਰਿਆਂ ਲਈ ਬਚਨ ਹੈ ਜੀ। ਸਾਨੂੰ ਸਭਨਾਂ ਨੂੰ ਸਮਝਣਾ ਹੈ ਕਿ ਜਿਵੇਂ ਦਾ ਸਾਨੂੰ ਗੁਰੂ ਸਾਹਿਬਾਨ ਨੇ ਕੀਰਤਨ ਜਾਂ ਸੰਗੀਤ ਸਿਖਾਇਆ, ਅਸੀਂ ਉਸ ਨੂੰ ਭੁਲਾ ਦਿੱਤਾ ਹੈ ਤੇ ਅਣਗਹਿਲੀ ਇਹ ਅਸੀਂ ਵਰਤੀਏ। ਮੈਂ ਜੀ ਪਿੱਛੇ ਜੇ ਇੱਕ ਦਿਨ ਸੁਣਦਾ ਸਾਂ ਕਿ ਕਿਸੇ ਮਹਾਂਪੁਰਸ਼ ਨੂੰ ਉਹ ਕਹਿੰਦੇ ਸਨ, ਜਿਹੜੇ ਸਾਡੇ ਸਿੱਖ ਸੰਗੀਤ ਦੇ ਸਾਜ਼ ਨੇ ਉਹ ਇਹ ਤਬਲਾ ਤੇ ਆਹ ਵਾਜਾ, ਇਹ ਦੋਵੇਂ ਨਹੀਂ ਹਨ। ਸਾਡੇ ਕੀਰਤਨ ਦੇ ਜਿਹੜੇ ਸਾਜ਼ ਨੇ, ਪਹਿਲਾ ਸਾਜ਼ ਇਹ ਰਬਾਬ, ਜੋ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਲਗਭਗ 54 ਸਾਲ ਵਜਾਈ ਰਬਾਬ। ਦੂਜਾ ਜਿਹੜਾ ਸਾਜ਼ ਹੈ ਸਿੱਖੀ ਦੇ ਅੰਦਰ, ਤਾਊਸ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਜਾਉਂਦੇ ਹੁੰਦੇ ਸਨ। ਤੇ ਤਬਲੇ ਦੀ ਥਾਂ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ, ਜੋੜੀ ਹੁੰਦੀ ਸੀ ਜਾਂ ਮਿਰਦੰਗ ਹੁੰਦੀ ਸੀ, ਉਹ ਵਜਾਏ ਜਾਂਦੇ ਸਨ। ਇਹ ਸਿੱਖੀ ਦੇ ਕੀਰਤਨ ਦੇ ਸਾਜ਼ ਸਨ ਜਿਨ੍ਹਾਂ ਨੂੰ ਅਸੀਂ ਭੁਲਾ ਦਿੱਤਾ ਹੈ ਤੇ ਸਹਿਜੇ ਹੀ ਅਣਗਹਿਲੀ ਅਸੀਂ ਵਰਤ ਗਏ ਤੇ ਹੌਲੀ ਹੌਲੀ ਉਹ ਚੀਜ਼ਾਂ ਸਿੱਖ ਸਮਾਜ ਵਿੱਚੋਂ ਮਨਫੀ ਹੁੰਦੀਆਂ ਗਈਆਂ ਤੇ ਹੁਣ ਉਹ ਕਿਤੇ ਰਹੀਆਂ ਹੀ ਨਹੀਂ ਲੱਗਦੀਆਂ। ਉਹਨਾਂ ਨੇ ਅੱਗੇ ਲਿਖਿਆ, ਭਾਈ ਗੁਰਮੁਖ ਸਿੰਘ, ਭਾਈ ਅਤਰਾ ਜੀ ਅਤੇ ਭਾਈ ਦਿੱਤੂ ਆਦਿਕ ਦੇ ਗਾਏ ਪੜਤਾਲ ਜੋ ਸਾਡੇ ਸੁਣਨ ਵਿੱਚ ਆਏ ਹਨ। ਇਹ ਭਾਈ ਕਾਹਨ ਸਿੰਘ ਜੀ ਨੇ ਲਿਖਿਆ ਜੀ। ਉਹ ਕਹਿੰਦੇ ਨੇ ਆ ਜਿਹੜੇ ਤਿੰਨ ਸਿੱਖਾਂ ਦੇ ਨਾਂ ਲਿਖੇ ਨੇ, ਗੁਰਮੁਖ ਸਿੰਘ, ਭਾਈ ਅਤਰਾ ਜੀ ਤੇ ਭਾਈ ਦਿੱਤੂ ਜੀ,
ਇਹਨਾਂ ਦੇ ਗਾਏ ਹੋਏ ਪੜਤਾਲ ਉਹ ਕਹਿੰਦੇ ਨੇ ਕਿ ਅਸੀਂ ਸੁਣੇ ਨੇ, ਸਾਡੇ ਸੁਣਨ ਵਿੱਚ ਆਏ ਨੇ, ਹੁਣ ਉਹ ਕੇਵਲ ਸਿਮਰਤੀ ਵਿੱਚ ਰਹਿ ਗਏ ਹਨ। ਯਾਨੀ ਉਹ ਯਾਦ ਵਿੱਚ ਹੀ ਰਹਿ ਗਏ ਨੇ, ਹੁਣ ਕਿਤੇ ਕੋਈ ਨਹੀਂ ਵਜਾਉਂਦਾ, ਨਾ ਪੜਤਾਲ ਤੇ ਨਾ ਉਹ ਸਾਜ਼, ਉਹ ਸਾਰੀਆਂ ਚੀਜ਼ਾਂ ਅਲੋਪ ਹੋ ਗਈਆਂ ਨੇ। ਸੋ ਸਾਡੇ ਇਹਨਾਂ ਬਜ਼ੁਰਗਾਂ ਨੂੰ ਚਾਹੀਦਾ ਜਿਹੜੇ ਕੀਰਤਨ ਕਰਦੇ ਨੇ ਜਾਂ ਜਿਹੜੀਆਂ ਕੀਰਤਨ ਸਿਖਾਉਣ ਵਾਲੀਆਂ ਸੰਸਥਾਵਾਂ ਨੇ, ਉਹਨਾਂ ਨੂੰ ਚਾਹੀਦਾ ਕਿ ਉਹ ਨਵੀਆਂ ਚੀਜ਼ਾਂ ਵਜਾਓ, ਕਿਉਂ ਨਾ ਵਜਾਓ, ਤਬਲੇ ਵਜਾਓ, ਵਾਜੇ ਵਜਾਓ, ਬੜੀ ਖੁਸ਼ੀ ਨਾਲ ਵਜਾਓ, ਪਰ ਪੁਰਾਣੀਆਂ ਨੂੰ ਭੁਲਾਈਏ ਤੇ ਨਾ, ਉਹਨਾਂ ਨੂੰ ਆਪਾਂ ਚੇਤੇ ਰੱਖਣਾ, ਯਾਦ ਰੱਖਣਾ। ਸੋ ਇਹ ਬਚਨ ਵੀ ਮੇਰਾ ਮਨ ਸੀ ਤੁਹਾਡੇ ਨਾਲ ਕਰਾਂ। ਅਗਲਾ ਬਚਨ ਇਹਦਾ ਬਿਲਾਵਲ ਰਾਗ ਦੇ ਅੰਦਰ ਸਿਰਲੇਖ ਜਿਹੜਾ ਥਿੱਤੀ, ਥਿੱਤੀ ਨੂੰ ਜੇ ਉਲਟਾ ਦਈਏ ਤੇ ਤਿਥੀ ਬਣ ਜਾਂਦਾ ਹੈ, ਤੇ ਥਿੱਤੀ ਤੇ ਤਿਥੀ ਵਿੱਚ ਕੋਈ ਫਰਕ ਨਹੀਂ, ਇੱਕੋ ਹੀ ਅਰਥ ਰੱਖਦੀਆਂ ਨੇ। ਜਿਹੜਾ ਦੇਸੀ ਕੈਲੰਡਰ ਚੱਲਦਾ ਨਾ ਜੀ, ਸੰਮਤ ਬਿਕਰਮੀ ਵਾਲਾ, ਉਹ ਬਿਕਰਮਾਜੀਤ ਰਾਜੇ ਤੋਂ ਪ੍ਰਾਰੰਭ ਹੋਇਆ। ਉਹਦੇ ਹਿਸਾਬ ਨਾਲ ਚੰਦਰਮਾ ਦੇ ਜਿਹੜੇ ਵਧਨ ਘਟਨ ਦੇ ਹਿਸਾਬ ਨਾਲ ਮਹੀਨੇ ਬਣਦੇ ਨੇ, ਤੇ ਚੰਦਰਮਾ ਜਿੱਦਣ ਪਹਿਲੇ ਦਿਨ ਸ਼ੁਰੂ ਹੁੰਦਾ ਹੈ ਉਸ ਦਿਨ, ਤੇ ਜਿਸ ਦਿਨ ਉਹ ਪੂਰਾ ਹੁੰਦਾ ਹੈ ਉਹਨੂੰ ਪੂਰਨਮਾਸ਼ੀ ਆਖਦੇ ਨੇ। ਪੂਰਨਮਾਸ਼ੀ ਤੋਂ ਅਗਲੀ ਰਾਤ ਜਿਹੜੀ ਉਹ ਮੱਸਿਆ ਦੀ ਰਾਤ ਹੁੰਦੀ ਏ, ਇਹਦੇ ਹਿਸਾਬ ਨਾਲ ਇਹ ਥਿੱਤਾਂ ਬਣਦੀਆਂ ਨੇ, ਯਾਨੀ ਤਿਥੀਆਂ ਬਣਦੀਆਂ ਨੇ, ਤਰੀਕਾਂ ਬਣਦੀਆਂ ਨੇ। ਉਹਨਾਂ ਨੂੰ ਏਕਮ, ਦੂਜ, ਤੀਜ, ਚੌਥ, ਇਸ ਤਰ੍ਹਾਂ 10ਵੀਂ 15ਵੀਂ ਤੱਕ ਉਹ ਚੱਲਦੀਆਂ ਨੇ। ਗੁਰੂ ਸਾਹਿਬ ਨੇ, ਪਹਿਲੇ ਪਾਤਸ਼ਾਹ ਨੇ ਇੱਕ ਥਿੱਤਾਂ ਉੱਤੇ ਪੂਰੀ ਬਾਣੀ ਉਚਾਰੀ ਏ, 15 ਥਿੱਤਾਂ ਉਚਾਰੀਆਂ ਨੇ, ਤੇ ਉਹਨਾਂ ਵਿੱਚ ਕਰਨਾ ਕੀ ਉਹ ਦੱਸਿਆ। ਜਿਵੇਂ ਆਪਣੇ ਆਮ ਕਰਕੇ ਬੀਬੀਆਂ ਇਕਾਦਸ਼ੀ ਨੂੰ ਵਰਤ ਵਗੈਰਾ ਰੱਖਦੀਆਂ ਨੇ, ਫਲਾਣੀ ਥਿੱਤ ਨੂੰ ਉਹ ਕੰਮ ਕਰਨਾ, ਫਲਾਣੀ ਥਿੱਤ ਨੂੰ ਆਹ ਕਰਨਾ, ਉਹ ਵਹਿਮ ਭਰਮ ਪਾਏ ਹੋਏ ਨੇ ਲੋਕਾਂ ਨੇ ਮਨਾਂ ਵਿੱਚ। ਗੁਰੂ ਨਾਨਕ ਸਾਹਿਬ ਦੀ ਇਹ ਪਵਿੱਤਰ ਬਾਣੀ ਜੀ ਤੁਸੀਂ ਆਪ ਪੜ੍ਹਨਾ, ਵੇਖੋ ਹੁਣ ਸਾਰੀ ਬਾਣੀ ਤੇ ਇੰਨੇ ਥੋੜ੍ਹੇ ਸਮੇਂ 'ਚ ਆਪਾਂ ਨਹੀਂ ਸਮਝ ਸਕਦੇ ਹੁੰਦੇ, ਲੇਕਿਨ ਉਹਦਾ ਭਾਵ ਆਪਾਂ ਸਮਝਦੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਰਚੀ, ਉਹਦਾ ਭਾਵ ਇਹ ਹੈ ਕਿ ਸਾਨੂੰ ਇਹਨਾਂ ਵਹਿਮਾਂ ਭਰਮਾਂ 'ਚੋਂ ਨਿਕਲਣਾ ਹੈ, ਅਸੀਂ ਇਹਨਾਂ ਕਰਮ ਕਾਂਡਾਂ ਦਾ ਤਿਆਗ ਕਰਨਾ ਹੈ। ਤੇ ਕਰਨਾ ਕੀ ਹੈ? ਏਕਮ ਏਕੰਕਾਰ ਨਿਰਾਲਾ। ਏਕਮ ਯਾਨੀ ਪਹਿਲੀ ਤਰੀਕ ਜਿਹੜੀ ਹੈ ਚੰਦਰਮਾ ਦੇ ਹਿਸਾਬ ਨਾਲ ਜਿਹੜਾ ਮਹੀਨਾ ਚੱਲਦਾ ਹੈ, ਉਹਦੀ ਪਹਿਲੀ ਤਰੀਕ ਨੂੰ ਆਪਾਂ ਕਰਨਾ ਕੀ ਹੈ? ਏਕਮ ਨੂੰ ਕੀ ਕਰਨਾ ਹੈ? ਵਰਤ ਨਹੀਂ ਰੱਖਣਾ, ਕੋਈ ਹੋਰ ਵਹਿਮ ਭਰਮ ਨਹੀਂ ਕਰਨਾ, ਏਕੰਕਾਰ ਨਿਰਾਲਾ ਉਹਨੂੰ ਯਾਦ ਕਰਨਾ ਹੈ, ਜਿਹੜਾ ਇੱਕ ਹੈ, ਜਿਸ ਨੂੰ ਆਪਾਂ ਪਰਮਾਤਮਾ ਆਖਦੇ ਹਾਂ, ਵਾਹਿਗੁਰੂ ਜੀ ਆਖਦੇ ਹਾਂ, ਅਤੇ ਉਹ ਨਿਰਾਲਾ ਹੈ, ਅਚਰਜ ਹੈ, ਉਹਦੇ ਵਰਗਾ ਹੋਰ ਕੋਈ ਵੀ ਨਹੀਂ। ਅਮਰ ਅਜੋਨੀ ਜਾਤ ਨਾ ਜਾਲਾ, ਉਹ ਮਿਰਤੂ ਤੋਂ ਰਹਿਤ ਹੈ, ਅਮਰ ਹੈ, ਉਹ ਜੂਨੀਆਂ ਵਿੱਚ ਨਹੀਂ ਆਉਂਦਾ, ਉਹਦੀ ਕੋਈ ਜਾਤ ਪਾਤ ਨਹੀਂ ਹੁੰਦੀ। ਜਿਹੜੇ ਸਾਨੂੰ ਮਾਇਆ ਦੇ ਜੰਜਾਲ ਪਏ ਹੋਏ ਨੇ, ਉਹਨੂੰ ਕੋਈ ਜੰਜਾਲ ਨਹੀਂ ਇਹ ਪਿਆ ਹੋਇਆ, ਭਾਵੇਂ ਉਹਨੇ 3 ਗੁਣਾਂ ਦੀ ਮਾਇਆ ਪੈਦਾ ਕੀਤੀ ਏ, ਪਰ ਉਹ 3 ਗੁਣੀ ਮਾਇਆ ਪੈਦਾ ਕਰਕੇ ਇਹਦੇ ਵਿੱਚ ਰਹਿੰਦਾ ਹੋਇਆ ਇਸ ਤੋਂ ਨਿਰਲੇਪ ਰਹਿੰਦਾ। ਉਹ ਅਗੰਮ ਅਗੋਚਰ ਹੈ, ਯਾਨੀ ਸਾਡੀਆਂ ਇਹ ਕਰਮ ਤੇ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਰੂਪ ਨਾ ਰੇਖਿਆ, ਨਾ ਉਹਦਾ ਕੋਈ ਰੂਪ ਹੈ, ਨਾ ਉਹਦੀਆਂ ਕੋਈ ਰੇਖਾਵਾਂ ਹਨ। ਲੇਕਿਨ ਇੱਕ ਗੱਲ ਗੁਰੂ ਨਾਨਕ ਸਾਹਿਬ ਨੇ ਬੜੀ ਕਮਾਲ ਦੀ ਆਖੀ, ਵੇਖੋ ਉਹਦਾ ਨਾ ਰੂਪ ਹੈ, ਨਾ ਰੰਗ ਹੈ, ਨਾ ਰੇਖ ਹੈ, ਨਾ ਭੇਖ ਹੈ, ਨਾ ਉਹਦੀ ਕੋਈ ਜਾਤ ਹੈ, ਨਾ ਉਹਦਾ ਕੁਛ ਵੀ ਨਹੀਂ, ਲੇਕਿਨ ਖੋਜਤ ਖੋਜਤ ਘਟ ਘਟ ਦੇਖਿਆ। ਜਦੋਂ ਕੋਈ ਬੰਦਾ ਪਰਮਾਰਥ ਦੇ ਰਾਹ ਤੇ ਚੱਲ ਕੇ ਉਹਦੀ ਖੋਜ ਕਰਦਾ ਹੈ, ਉਹਨੂੰ ਹਰ ਸਰੀਰ ਵਿੱਚੋਂ ਉਹਦਾ ਦਰਸ਼ਨ ਕਰ ਲੈਂਦਾ ਹੈ, ਉਹ ਹਰ ਕਣ ਕਣ ਵਿੱਚੋਂ ਉਹਦੇ ਦਰਸ਼ਨ ਕਰਦਾ ਹੈ, ਉਸ ਮਾਲਕ ਦੇ ਜਿਹੜਾ ਏਕੰਕਾਰ ਨਿਰਾਲਾ ਹੈ। ਲੋ ਪਹਿਲੀ ਥਿੱਤ ਨੂੰ ਆਹ ਕੰਮ ਕਰਨਾ ਸੀ, ਅਸੀਂ ਹੋਰ ਹੀ ਵਹਿਮ ਭਰਮ ਪਾ ਲਏ ਤੇ ਜ਼ਿੰਦਗੀ ਅਸੀਂ ਅਜਾਈਂ ਗਵਾ ਲਈ ਉਹਨਾਂ ਵਹਿਮਾਂ ਭਰਮਾਂ ਵਿੱਚ ਜਿਉਂਦਿਆਂ ਜਿਉਂਦਿਆਂ।
ਕਰਨਾ ਸੀ ਏਕਮ ਵਾਲੇ ਦਿਨ, ਯਾਨੀ ਤੁਸੀਂ ਇਹ 15 ਥਿੱਤਾਂ ਪੜ੍ਹਨਾ। ਤੇ ਗੁਰੂ ਨਾਨਕ ਸਾਹਿਬ ਨੇ ਉਹ ਸਾਰੇ ਭਰਮ ਕੱਢ ਕੇ ਸਾਨੂੰ ਰੱਬ ਜੀ ਦੇ ਨਾਲ ਜੋੜਿਆ, ਪਰਮਾਤਮਾ ਨਾਲ ਜੋੜਿਆ। ਭਾਈ ਤੁਸੀਂ ਉਹਦੇ ਨਾਲ ਜੁੜੋ। ਰਾਗੀ ਸਿੰਘ ਜੀ ਆਏ ਨਹੀਂ ਮੈਨੂੰ ਲੱਗਦਾ। ਚਲੋ ਅਗਲਾ ਮੈਂ ਇੱਕ ਛੋਟਾ ਜਿਹਾ ਵਿਚਾਰ ਉਹ ਵੀ ਕਰ ਲੈਣਾ। ਅਗਲਾ ਜਿਹੜਾ ਸਿਰਲੇਖ ਹੈ ਉਹ ਹੈ 7 ਵਾਰ, ਜਿਹੜੇ ਆ ਹਫਤੇ ਦੇ ਵਾਰ ਨੇ। ਇਹ ਤੀਜੇ ਪਾਤਸ਼ਾਹ ਦਾ ਜੀ ਦਾ ਦਿੱਤਾ ਹੋਇਆ ਸਿਰਲੇਖ ਹੈ ਤੇ ਬਾਣੀ ਹੈ ਪੂਰੀ 7 ਵਾਰਾਂ ਦੇ ਉੱਤੇ ਲਿਖੀ ਹੋਈ। ਉਹਦਾ ਪਹਿਲਾ ਵਾਰ ਹੈ ਐਤਵਾਰ। ਆਪਾਂ ਕੈਲੰਡਰ ਦੇਖੋਗੇ ਤੇ ਪਹਿਲਾ ਵਾਰ ਐਤਵਾਰ ਹੀ ਹੁੰਦਾ, ਭਾਵੇਂ ਅਸੀਂ ਸਹਿ ਸੁਭਾਏ ਪਹਿਲਾ ਵਾਰ ਸੋਮਵਾਰ ਤੋਂ ਸ਼ੁਰੂ ਕਰ ਲੈਂਦੇ ਹਾਂ, ਪਰ ਹੁੰਦਾ ਹੈ ਐਤਵਾਰ ਪਹਿਲਾ, ਸੋਮਵਾਰ ਦੂਜਾ ਵਾਰ ਹੁੰਦਾ, ਦੂਜਾ ਦਿਨ ਹੁੰਦਾ ਹੈ ਹਫਤੇ ਦਾ। ਇਹਨਾਂ ਹਫਤੇ ਦੇ ਦਿਨਾਂ ਵਿੱਚ ਆਪਾਂ ਕੀ ਕਰਨਾ ਹੈ? ਆਦਿਤਵਾਰ, ਆਦਿਤ ਦਾ ਮਤਲਬ ਹੁੰਦਾ ਜੀ ਸੂਰਜ। ਇਹ ਜਿਹੜਾ ਐਤਵਾਰ ਹੈ ਸੂਰਜ ਦਾ ਵਾਰ ਹੈ, ਇਸ ਨੂੰ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਆਦਿਤਵਾਰ। ਐਤਵਾਰ ਕਰਨਾ ਕੀ ਇਹ ਆਦਿ ਪੁਰਖ ਹੈ ਸੋਈ। ਆਦਿ ਪੁਰਖ, ਪੁਰਖ ਦਾ ਅਰਥ ਹੁੰਦਾ ਹੈ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਇੱਕ ਪੁਰਖ ਦਾ ਅਰਥ ਹੁੰਦਾ ਹੈ ਪੁਰਸ਼ ਯਾਨੀ ਆਦਮੀ। ਇੱਕ ਪੁਰਖ ਦਾ ਅਰਥ ਹੁੰਦਾ ਹੈ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਤੇ ਉਹ ਹੈ ਆਦਿ ਪੁਰਖ, ਜਿਹਨੂੰ ਆਦਿ ਸੱਚ ਜੁਗਾਦ ਸੱਚ ਆਖਿਆ, ਜਿਹੜਾ ਸਦਾ ਤੋਂ ਸੱਤ ਹੈ, ਸਦਾ ਸੱਤ ਰਹੇਗਾ। ਉਹ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਆਪੇ ਵਰਤੈ ਅਵਰ ਨਾ ਕੋਈ। ਉਹ ਇਹਨਾਂ ਪੂਰੇ ਖੰਡਾਂ ਬ੍ਰਹਿਮੰਡਾਂ ਵਿੱਚ ਆਪ ਹੀ ਵਰਤ ਰਿਹਾ ਹੈ। ਉਹੋ ਜਿਹਾ ਕੋਈ ਹੋਰ ਨਹੀਂ ਜਿਹੜਾ ਉਹਦੀ ਤਰ੍ਹਾਂ ਹਰ ਕਣ ਕਣ ਵਿੱਚ ਮੌਜੂਦ ਹੋਵੇ। ਉਹ ਸਿਰਫ ਇੱਕੋ ਏ, ਲਾਸਾਨੀ ਹਸਤੀ ਅਕਾਲ ਪੁਰਖ ਜੀ, ਵਾਹਿਗੁਰੂ ਜੀ, ਪਰਮਾਤਮਾ, ਰਾਮ ਰਹੀਮ, ਜੋ ਵੀ ਉਹਨੂੰ ਆਖੋ। ਸੋ ਵਾਰਾਂ ਦੇ ਰਾਹੀਂ ਵੀ ਆਪਾਂ ਉਸ ਨੂੰ ਹੀ ਯਾਦ ਕਰਨਾ ਹੈ। ਵਾਰਾਂ ਦੇ ਭਰਮ ਵਿੱਚ ਵੀ ਨਹੀਂ ਪੈਣਾ, ਅੱਜ ਮੰਗਲਵਾਰ ਤੇ ਸਿਰ ਨਹੀਂ ਨਹਾਉਣਾ, ਅੱਜ ਵੀਰਵਾਰ ਤੇ ਕੱਪੜੇ ਨਹੀਂ ਖਰੀਦਣੇ, ਅੱਜ ਫਲਾਣਾ ਵਾਰ ਤੇ ਉਹ ਨਹੀਂ ਕਰਨਾ। ਇਹ ਸਾਰੇ ਜੀ ਵਹਿਮ ਭਰਮ ਨੇ। ਇਹਨਾਂ ਵਿੱਚੋਂ ਗੁਰੂ ਸਾਹਿਬਾਨ ਨੇ ਸਾਨੂੰ ਕੱਢਿਆ ਹੈ। ਵੇਖੋ ਕਿਸ ਤਰ੍ਹਾਂ ਉਹਨਾਂ ਨੇ ਬਾਣੀਆਂ ਰਚੀਆਂ। 7 ਵਾਰ ਉਹਨਾਂ ਨੇ ਰਚੇ, 15 ਥਿੱਤਾਂ ਰਚੀਆਂ, 52 ਅੱਖਰੀ ਰਚੀ, 12 ਮਾਹ ਰਚੇ, ਰੁੱਤੀ ਸ਼ਲੋਕ ਰਚੇ। ਸਾਡੇ ਜੀਵਨ ਨਾਲ ਸੰਬੰਧਿਤ ਹਰ ਚੀਜ਼ ਨੂੰ ਉਹਨਾਂ ਨੇ ਥੋੜ੍ਹਾ ਬਹੁਤਾ ਛੋਹਿਆ ਕਿਤੇ ਨਾ ਕਿਤੇ, ਤੇ ਸਾਨੂੰ ਸਮਝਾਇਆ ਕਿ ਇਹਨਾਂ ਵਹਿਮਾਂ ਭਰਮਾਂ ਚੋਂ ਨਿਕਲ ਕੇ ਪਰਮਾਤਮਾ ਦੀ ਬੰਦਗੀ ਨਾਲ ਜੁੜੋ। ਸੋ ਅੱਜ ਆਪਾਂ ਜੀ ਇੱਥੇ ਅੱਜ ਦੀ ਵਿਚਾਰ ਸਮਾਪਤ ਕਰਦੇ ਹਾਂ। ਸਿੰਘ ਸਾਹਿਬ ਆ ਗਏ ਨੇ, ਉਹਨਾਂ ਦਾ ਧੰਨਵਾਦ, ਤੇ ਆਪ ਸਾਰੀ ਸੰਗਤ ਦਾ ਵੀ ਧੰਨਵਾਦ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਗੁਰਮਤਿ ਦੀ ਵਿਚਾਰ ਨੂੰ ਸ਼ਰਵਣ ਕੀਤਾ ਹੈ, ਤੇ ਵਿਚਾਰ ਕਰਦਿਆਂ ਮੇਰੇ ਪਾਸੋਂ ਜਿਹੜੀਆਂ ਭੁੱਲਾਂ ਹੋਈਆਂ ਨੇ ਉਹਨਾਂ ਲਈ ਮੈਂ ਖਿਮਾ ਚਾਹਾਂਗਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।